ਮੈਂ ਇਸੇ ਕਰਕੇ ਸੰਗਤ ਨੇ ਇਹ ਲਿਖਤਾ ਵੀ ਸਹਿੰਦਾ ਸਹਿੰਦਾ ਲਾਈਵ ਮਾਝੇ ਵਾਲੇ ਭਾਊ ਰਣਜੀਤ ਸਿੰਘ ਸੰਧੂ ਬ੍ਰਹਮਪੁਰੇ ਦੇ ਨਾਲ। ਸੋ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਤੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ। ਸਹਿੰਦਾ ਸਹਿੰਦਾ ਮੈਂ ਤਾਂ ਲਿਖਿਆ ਵੀ ਇੱਕ ਦੋ ਜਿਹੜੇ ਰਾਜਨੀਤਿਕ ਪੱਖ ਆ, ਇੱਕ ਦੋ ਜਿਹੜੇ ਪੰਥਕ ਪੱਖ ਆ, ਜਿਨ੍ਹਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਜਿਹੜੇ ਆ ਉਹ ਕਿਰਪਾਨਾਂ ਕੱਢੀ ਫਿਰਦੇ ਆ, ਉਹਨਾਂ ਦੇ ਬਾਰੇ ਵੀ ਗੱਲਾਂ ਹੋਣਗੀਆਂ। ਪਿੰਡ ਬ੍ਰਹਮਪੁਰਾ ਜਿਹੜਾ ਉਸ ਨੂੰ ਕਿਸੇ ਵੀ ਜਾਣ ਪਛਾਣ ਦੀ ਲੋੜ ਨਹੀਂ ਹੈ, ਲੇਕਿਨ ਇਸ ਦੇ ਬਾਵਜੂਦ ਅੱਜ ਕਿਉਂਕਿ ਪਹਿਲਾਂ ਜਿਹੜੀ ਮੁਲਾਕਾਤ ਹੋਈ ਸੀ ਰਣਜੀਤ ਸੰਧੂ ਦੇ ਨਾਲ ਉਹ ਬੜੀ ਮੁਕਤਸਰ ਜੀ ਮੁਲਾਕਾਤ ਸੀਗੀ, ਅਤੇ ਅੱਜ ਮੇਰੀ ਮੁਲਾਕਾਤ ਆ ਵੀ ਬਿਲਕੁਲ ਨਵੇਂ ਪੱਖ ਤੋਂ ਇਹ ਗੱਲਾਂ ਬਾਤਾਂ ਹੋਣ। ਸੰਧੂ ਵੀਰ, ਪਹਿਲਾਂ ਤਾਂ ਜਿੱਥੇ ਰਸਮੀ ਸਵਾਗਤ ਤਾਂ ਕਰਨਾ ਬਣਦਾ ਹੀ ਆ, ਮੈਂ ਤੁਹਾਡੇ ਪਿੰਡ ਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਜਾਣਨ ਦਾ ਇੱਛੁਕ ਹਾਂ, ਕਿਉਂਕਿ ਇਤਿਹਾਸਕ ਪਿੰਡ ਆ, ਬਹੁਤ ਪੁਰਾਣਾ ਪਿੰਡ ਆ। ਉਹਦੇ ਬਾਰੇ ਜਿੰਨਾ ਕੁ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ, ਜਿੰਨਾ ਤੁਸੀਂ ਜਾਣਿਆ ਪੜ੍ਹਿਆ ਗੁੜਿਆ, ਉਹਦੇ ਬਾਰੇ ਜ਼ਰੂਰ ਆਪਣੇ ਪਿਆਰਾਂ ਨਾਲ ਸਾਂਝ ਪਾਓ, ਕਿਉਂਕਿ ਪੰਜਾਬ 'ਚ ਲਗਭਗ 13,000 ਪਿੰਡ ਆ ਅਤੇ ਹਰੇਕ ਪਿੰਡ ਦੀ ਆਪਣੀ ਵਿਸ਼ੇਸ਼ਤਾ। ਹਾਂਜੀ ਬਿਲਕੁਲ ਜੀ। ਸ਼ੁਕਰੀਆ ਪਰਮਿੰਦਰ ਭਾਜੀ ਅਤੇ ਰੇਡੀਓ ਸਪਾਈਸ ਅਤੇ ਦਰਸ਼ਕਾਂ ਨੂੰ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਥੋਂ ਤੱਕ ਪਿੰਡ ਦਾ ਤਾਲੁਕ ਭਾਜੀ ਤੁਸੀਂ ਪੁੱਛਿਆ ਹੈ, ਪਿੰਡ ਸ਼ੁਰੂ ਤੋਂ ਜੋ ਮੇਰੇ ਹੁੰਦਿਆਂ ਸੁਣਦਿਆਂ ਜਾਂ ਸੁਣਦੇ ਆਏ ਅਤੇ ਸਾਡੀ ਸਮਝਾਂ ਦੇ ਵਿੱਚ ਜਾਂ ਸਾਡੇ ਅੱਗੇ ਪਿੰਡ ਦੀ ਡੈਫੀਨੇਸ਼ਨ ਇਹ ਸੀਗੀ ਕਿ ਬ੍ਰਹਮਪੁਰਾ ਉਹ ਨਗਰ ਜਿਹੜਾ ਪਰਮਾਤਮਾ ਨੇ ਆਪ ਵਸਾਇਆ ਹੋਵੇ। ਅਤੇ ਇਸ ਖੂਬਸੂਰਤੀ ਦਾ ਮੰਜ਼ਰ ਇਹ ਸੀਗਾ ਕਿ ਸਾਡੇ ਪਿੰਡ ਭਾਜੀ ਪੁਰਾਣੇ ਮੰਦਿਰ ਹੁੰਦੇ ਸੀਗੇ ਅਤੇ ਮੰਦਿਰਾਂ ਦੇ ਵਿੱਚੋਂ ਹੀ ਉਹ ਗੁਰਦੁਆਰਾ ਸਾਹਿਬ ਕਨਵਰਟ ਹੋਏ, ਪਰ ਉਹਨਾਂ ਦੀ ਸ਼ੇਪ ਉੱਦਾਂ ਹੀ ਰਹੀ ਅਤੇ ਉਹਨਾਂ ਨੂੰ ਹਜੇ ਵੀ ਅਸੀਂ ਮੰਦਰ ਹੀ ਕਹਿੰਦੇ ਹਾਂ। ਉੱਥੇ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਰ ਅਸੀਂ ਜਿਵੇਂ ਕਹਿੰਦੇ ਕਿ ਮੰਦਰੀ ਜਾਣਾ ਜਾਂ ਮੰਦਰੀ ਮੇਲਾ। ਅਤੇ ਇੱਕ ਤਾਂ ਇਹ ਖੂਬਸੂਰਤੀ ਰਹੀ, ਅਤੇ ਦੂਜਾ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ, ਉਹਨਾਂ ਦੇ ਨਾਂ ਨਾਲ ਵੀ ਜੁੜਿਆ। ਅਤੇ ਇਹ ਦੋ ਚੀਜ਼ਾਂ ਮੈਂ ਸੋਚਦਾ ਕਿ ਸਾਡੇ ਪਿੰਡ ਦਾ ਜਿਹੜਾ ਉਹ ਹੁਣ ਇੱਕ ਚੀਜ਼ ਮੈਂ ਛੋਟੇ ਹੁੰਦਿਆਂ ਤੋਂ ਵੱਡੇ ਹੁੰਦਿਆਂ ਤੱਕ ਇਹ ਵੀ ਵੇਖੀ ਕਿ ਚਾਹੇ ਕੈਬਨਿਟ ਮਿਨਿਸਟਰ ਸਾਹਿਬ ਚਾਹੇ ਪਾਵਰ ਵਿੱਚ ਰਹੇ ਜਾਂ ਨਹੀਂ ਵੀ ਰਹੇ, ਪਰ ਜਿਹੜੀ ਗੱਡੀ ਜਾਂ ਮੋਟਰਸਾਈਕਲ ਦੇ ਅੱਗੇ ਬ੍ਰਹਮਪੁਰਾ ਲਿਖਿਆ ਹੁੰਦਾ ਸੀ ਨਾ ਭਾਜੀ, ਉਹਨੂੰ ਕੋਈ 10-10 20-20 ਕਿਲੋਮੀਟਰ ਤੱਕ ਕਿਸੇ ਨੂੰ ਰੋਕਿਆ ਨਹੀਂ। ਇਹ ਵੀ ਇੱਕ ਪ੍ਰਭਾਵ ਰਿਹਾ ਸਾਡੇ ਪਿੰਡ ਦਾ। ਸੋ ਇਹ ਸੰਖੇਪ ਜਿਹਾ ਵਰਣਨ ਮੈਂ ਕਹਿ ਸਕਦਾ। ਜੀ ਜੀ, ਬਹੁਤ ਸੋਹਣਾ ਵਰਣਨ ਆ, ਔਰ ਮੈਂ ਉਮੀਦ ਕਰਦਾ ਕਿ ਅਸੀਂ ਆਪਣੇ ਜ਼ਿਹਨ ਦੇ ਵਿੱਚ ਜਿਹੜੇ ਪਿੰਡਾਂ ਦਾ ਜਿਹੜੀ ਜੰਮਣ ਭੋ ਦਾ ਤਸੱਵਰ ਕਰਦੇ ਹਾਂ ਜੀ, ਉਹ ਸਾਰੀ ਸਾਨੂੰ ਬਹੁਤ ਪਿਆਰੀ ਹੈ ਜੀ। ਵੈਸੇ ਤਾਂ ਪੰਜਾਬ ਦੀ ਜ਼ਰਖੇਜ਼ ਮਿੱਟੀ ਜਿਹਦਾ ਅੰਨ ਜਲ ਛੱਕ ਕੇ ਤੁਸੀਂ ਤੇ ਮੈਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਰਮਯੋਗੀ ਹੋਏ ਜੀ, ਉਹ ਸਾਰੀ ਸਾਨੂੰ ਜਾਨੋਂ ਵੱਧ ਪਿਆਰੀ ਆ। ਸਵੇਰ ਦਾ ਸੇਕ ਲੱਗਣ ਤੱਕ ਸਾਡੇ ਤਾਂ ਤੂੰਬੇ ਦੀ ਤਾਰ ਜਿਹੜੀ ਉੱਥੇ ਟੁਣਕਦੀ ਰਹਿਣੀ ਆ। ਬਿਲਕੁਲ ਜੀ। ਅੱਛਾ, ਜਿਹੜਾ ਲਿਖਣ ਦਾ ਸ਼ੌਂਕ ਸੀ, ਮੈਂ ਦੇਖਦਾ ਉਹਦੇ ਵਿੱਚ ਬਹੁਤ ਗਿਣੇ ਮਿੱਥੇ ਤਰੀਕੇ ਨਾਲ ਵਤਨਾਂ ਦਾ ਹੀਰਵਾ ਵੀ ਝਲਕ ਮਾਰਦਾ ਜੀ। ਇਹ ਇੱਕ ਲੇਖਕ ਦੀ ਅਵਸਥਾ ਹੀ ਆ, ਜਾਂ ਰਣਜੀਤ ਸੰਧੂ ਨੂੰ ਮੈਨੂੰ ਲੱਗਦਾ ਵੀ ਜਿਹੜਾ ਅਗਲਾ ਫੇਜ਼ ਆ, ਇੱਕ ਵਾਰ ਮੈਨੂੰ ਯਾਦ ਆ ਸਾਡੇ ਬਹੁਤ ਪਿਆਰੇ ਮਿੱਤਰ ਹਰਜਿੰਦਰ ਸਿੰਘ ਬੱਲ, ਉਹਨਾਂ ਦੇ ਲਿਖੇ ਬਹੁਤ ਗੀਤਾਂ ਨੂੰ ਫਿਰੋਜ਼ ਖਾਨ ਉਹਨਾਂ ਨੇ ਗਾਇਆ ਜੀ। ਉਹਨਾਂ ਦੀ ਮੁਲਾਕਾਤ ਛਪੀ ਅਤੇ ਉਹਦਾ ਸਿਰਲੇਖ ਇਹ ਦਿੱਤਾ ਗਿਆ ਵੀ ਜਿਹਦੀ ਮਹਿਬੂਬਾ ਰੁੱਸ ਜਾਂਦੀ ਆ ਉਹ ਗੀਤਕਾਰ ਬਣ ਜਾਂਦਾ ਜੀ। ਤੁਸੀਂ ਇੱਕ ਲੇਖਕ ਹੋਣ ਦੇ ਨਾਤੇ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਹੋ, ਅਤੇ ਤੁਹਾਡੇ ਉੱਤੇ ਜਿਹੜੇ ਵੱਖ-ਵੱਖ ਫੇਜ਼ਸ ਤੁਹਾਡੀਆਂ ਲਿਖਤਾਂ ਦੇ ਵਿੱਚੋਂ ਝਲਕਾਰੇ ਮਾਰਦੇ ਨੇ? ਸਮੇਂ ਦੇ ਨਾਲ ਤੁਸੀਂ ਬਹੁਤ ਤਰੱਕੀ ਕੀਤੀ, ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ। ਆਪਣੇ ਇਸ ਸਫ਼ਰ ਦੇ ਹੁਣ ਤੱਕ ਦੀ ਜਿਹੜੀ ਸੈਟਿਸਫੈਕਸ਼ਨ ਆ ਜਾਂ ਸੰਤੁਸ਼ਟੀ ਆ ਉਹ ਕਿੰਨੀ ਕੁ ਹੈ? ਤੁਸੀਂ ਮਹਿਬੂਬਾ ਦੀ ਗੱਲ ਕੀਤੀ, ਔਰ ਡੈਫੀਨੇਸ਼ਨ ਤੁਹਾਡੀ ਸਹੀ ਆ, ਪਰ ਇਹ ਵੀ ਚੀਜ਼ ਆਪਾਂ ਕੰਸੀਡਰ ਕਰਨੀ ਚਾਹੀਦੀ ਆ। ਮਹਿਬੂਬਾ ਦਾ ਮਤਲਬ ਪਿਆਰ, ਤੇ ਪਿਆਰ ਆਪਣਾ ਕਿਹਦੇ ਨਾਲ ਆ ਜਿਸ ਤੋਂ ਆਪਾਂ ਦੂਰ ਹੋਏ। ਅਤੇ ਮੇਰੇ ਖਿਆਲ ਜਿਹੜੀ ਮਹਿਬੂਬਾ ਦੀ ਡੈਫੀਨੇਸ਼ਨ ਆ ਉਹ ਵੀ ਸਮੇਂ ਦੇ ਨਾਲ ਵੱਧਦੀ ਘੱਟਦੀ ਰਹਿੰਦੀ ਆ। ਜੇ ਤੁਸੀਂ ਮੈਂ ਹੁਣ ਜਦੋਂ ਪੰਜਾਬ ਜਾਂਦਾ, ਜਿਹੜੀਆਂ ਲਿਖਤਾਂ ਮੈਂ ਇੱਧਰ ਦੇ ਜਨ ਜੀਵਨ 'ਤੇ ਉਹ ਮੈਂ ਉੱਥੇ ਬਹਿ ਕੇ ਲਿਖੀਆਂ, ਜਦੋਂ ਇੱਧਰ ਦੀ ਯਾਦ ਆਉਂਦੀ ਆ, ਉਹ ਜਦੋਂ ਇੱਥੇ ਸੀਗੇ ਅਤੇ ਉੱਧਰ ਦਾ ਹਿਸਾਬ ਕਿਤਾਬ ਪਤਾ ਲੱਗਦਾ। ਇਹ ਹੈ ਅਤੇ ਗੱਲ ਹੇਰਵੇ ਦੇ ਵਿੱਚੋਂ ਹੀ ਆ। ਦੂਜੀ ਗੱਲ ਇਹ ਆ ਕਿ ਇਹ ਚੀਜ਼ ਹੁੰਦੀ ਹੈ ਕਿ ਇਸ ਚੀਜ਼ ਨੂੰ ਰੈਕੋਗਨਾਈਜ਼ ਕੀਤਾ ਜਾਵੇ, ਜਿਵੇਂ ਜਿਵੇਂ ਤੁਹਾਡਾ ਪੜ੍ਹਨ ਦਾ ਜਾਂ ਵੇਖਣ ਦਾ ਤੁਹਾਡਾ ਦਰਸ਼ਕ ਦਾ ਘੇਰਾ ਵੱਧਦਾ ਜਾਂ ਸੁਣਨ ਵਾਲਿਆਂ ਦਾ, ਇਹਦੀ ਰੀਚੇਬਿਲਿਟੀ ਥੋੜ੍ਹੀ ਵੱਧ ਬਣਾਈ ਜਾਵੇ। ਮੈਂ ਇਹ ਚੀਜ਼ ਅਕਸਰ ਸੋਚਦਾ ਹੁੰਦਾ ਕਿ ਜਿਵੇਂ ਮੈਂ ਕੱਲ੍ਹ ਪਰਸੋਂ ਬੈਠਾ ਸੋਚੀ ਜਾਂਦਾ ਸੀ ਕਿ ਹਿੰਡ ਅਤੇ ਪਿੰਡ ਦੋ ਇਹੋ ਜਿਹੇ ਲਫ਼ਜ਼ ਆ ਜਿਹੜੇ ਆਪਸ 'ਚ ਜੁੜੇ ਵੀ ਆ ਅਤੇ ਕਦੀ ਵੱਖ ਵੀ ਨਹੀਂ ਹੋ ਸਕਦੇ। ਜਿੱਥੇ ਪਿੰਡ ਦਾ ਜ਼ਿਕਰ ਆ ਉੱਥੇ ਹਿੰਡ ਦਾ ਵੀ ਆ, ਜਿੱਥੇ ਹਿੰਡ ਆ ਉੱਥੇ ਫਿਰ ਪਿੰਡ ਆ। ਅਤੇ ਲਿਖਤਾਂ ਇੱਦਾਂ ਹੀ ਕਰਦਿਆਂ ਕਰਾਉਂਦਿਆਂ ਨਿਕਲਦੀਆਂ ਆਉਂਦੀਆਂ। ਪਿਛਲੇ ਹਫ਼ਤੇ ਮੈਂ ਭਾਜੀ ਪੋਸਟ ਕੀਤਾ ਸੀ ਕਿ ਪ੍ਰਦੇਸਾਂ ਵਿੱਚ ਰਹਿੰਦੀਆਂ ਆਪੋ ਆਪਣੇ ਸੁਪਨੇ ਫੜਦੀਆਂ ਕੁੜੀਆਂ ਮੈਨੂੰ ਲੋਹੜੇ ਦੇ ਹਿਸਾਬ ਨਾਲ ਹੈਰਾਨ ਕਰਦੀਆਂ। ਅਤੇ ਮੈਨੂੰ ਅਨਨੋਨ ਨੰਬਰ ਤੋਂ ਫੋਨ ਆਇਆ ਨਾਰਵੇ ਤੋਂ, ਅਤੇ ਫੋਨ ਆਇਆ ਅਤੇ ਕੋਈ ਕੁੜੀ ਰੋਈ ਜਾਵੇ, ਹੈ ਨਾ ਜੀ। 30 ਸੈਕਿੰਡ ਬਹੁਤ ਹੁੰਦੇ ਆ ਭਾਜੀ ਜਦੋਂ ਕੋਈ ਰੋਂਦਾ ਹੋਵੇ। 30 ਸੈਕਿੰਡ ਉਹ ਰੋਈ ਆ, ਮੈਨੂੰ ਕਹਿੰਦੀ ਵੀਰੇ ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ। ਉਹ ਕਹਿੰਦੀ ਮੈਂ ਸਟੂਡੈਂਟ ਵੀਜ਼ੇ 'ਤੇ ਆਈ ਸੀ ਅੱਜ ਤੋਂ 6 ਮਹੀਨੇ ਪਹਿਲਾਂ, ਮੇਰਾ ਦਿਲ ਵੀ ਲੱਗਾ, ਸਾਰਾ ਕੁਛ ਸਹੀ ਆ, ਕੋਈ ਦੁੱਖ ਤਕਲੀਫ ਨਹੀਂ। ਪਰ ਜਿਹੜੀ ਤੁਸੀਂ ਚੀਜ਼ ਲਿਖਤੀ ਨਾ ਕਿ ਜਦੋਂ ਇੱਥੇ ਤੁਹਾਡੇ ਇਲਾਕੇ ਦਾ ਜਾਂ ਪਿੰਡ ਦਾ ਕੋਈ ਬੰਦਾ ਮਿਲਦਾ
ਤੇ ਤੁਹਾਨੂੰ ਆਪਣਾ ਬਾਪ ਯਾਦ ਆਉਂਦਾ ਕਿ ਤੁਹਾਡੇ ਬਾਪ ਦੀ ਦਾੜੀ ਵੀ ਉਦੋਂ ਇੰਨੀ ਚਿੱਟੀ ਸੀ, ਹੁਣ ਇੰਨੀ ਚਿੱਟੀ ਹੋ ਗਈ ਹੋਣੀ। ਕਹਿੰਦੀ ਉਹ ਤਾਂ ਮੇਰੀ ਗੱਲ ਆ, ਤੁਸੀਂ ਇੰਨੇ 1000 ਕਿਲੋਮੀਟਰ ਦੂਰ ਬੈਠੇ ਮੇਰੇ ਦਿਲ ਦੀ ਗੱਲ ਕਿਵੇਂ ਫੜ ਲਈ। ਤੇ ਮੈਂ ਇਹ ਸੋਚਦਾ ਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਆ, ਨਾ ਇਹ ਪੈਸੇ ਵੱਟੇ ਮਿਲਣੀਆਂ, ਨਾ ਇਹ ਆਪਾਂ ਨੂੰ ਪੈਸੇ ਦੇ ਕੇ ਕੋਈ ਪ੍ਰਮੋਸ਼ਨ ਕਰਵਾਉਣ ਵਾਲੀ ਗੱਲ ਆ। ਤੇ ਇਹ ਜਿਹੜੀ ਚੀਜ਼ ਮੇਰੇ ਹਿੱਸੇ ਆਈ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ। ਜਿਹੜੇ ਹੋਰ ਬਹੁਤ ਸਾਰੇ ਮਾਮਲੇ ਇੱਦਾਂ ਦੇ ਆ, ਬਹੁਤ ਸਾਰੇ ਗੱਲਾਂ ਇੱਦਾਂ ਦੀਆਂ ਜੀ ਸਾਡੀਆਂ ਪ੍ਰਦੇਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਅਸੀਂ ਤੋੜ ਕੇ ਨਹੀਂ ਵੇਖ ਸਕਦੇ ਆਪਣੀ ਜੰਮਣ ਭੋਂ ਦੇ ਨਾਲੋਂ। ਹੋਰ ਕੀ ਕੁਝ ਹੈ ਜਿਹੜਾ ਤੁਹਾਨੂੰ ਆਮ ਜ਼ਿੰਦਗੀ ਦੇ ਮਸਲਿਆਂ ਦੇ ਵਿੱਚ ਲੱਭਦਾ? ਕਿਉਂਕਿ ਆਪਾਂ ਸਾਰੇ ਇਕਨੋਮਿਕ ਮਾਈਗ੍ਰੈਂਟਸ ਆ ਜੀ। ਸਾਡੇ ਬਹੁਤ ਸਾਰੇ ਮਿੱਤਰ, ਚਾਹੇ ਉਹਨਾਂ ਦੇ ਵਿੱਚੋਂ ਸਾਡੀ ਨਿੱਕੀ ਭੈਣ ਪ੍ਰੀਤ ਸੈਣੀ ਦੀ ਗੱਲ ਹੋਵੇ ਜਾਂ ਅਰਥਚਾਰੇ ਦੇ ਉੱਤੇ ਬੋਲਣ ਵਾਲੇ ਸਾਡੇ ਬਹੁਤ ਪਿਆਰੇ ਵੀਰ ਮੁਖਤਿਆਰ ਸਿੰਘ ਹੋਣੀ ਹੋਣ, ਉਹ ਅਕਸਰ ਇਹ ਗੱਲਾਂ ਦੇ ਵਿੱਚੋਂ ਇਹ ਜ਼ਿਕਰ ਜਿਹੜਾ ਉਹ ਲੱਭ ਲੈਂਦੇ ਆ ਕਿ ਮੁਲਕ ਦੀ ਹਰਿਆਲੀ ਨੂੰ ਚੱਟ ਕੇ ਗੁਜ਼ਾਰਾ ਨਹੀਂ ਹੋਣਾ। ਇੱਥੇ ਆ ਕੇ ਜਿਹੜੀਆਂ ਮੁਲਕ ਦੀਆਂ ਨੀਤੀਆਂ ਆ ਅਰਥਚਾਰੇ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦੀਆਂ, ਗਰਾਊਂਡ ਰਿਐਲਿਟੀ ਬਹੁਤ ਵੱਖਰੀ ਹੈ ਜੀ, ਕਾਗਜ਼ਾਂ ਦੇ ਵਿੱਚ ਕਹਾਣੀ ਜਿਹੜੀ ਬਹੁਤ ਵੱਖਰੀ ਹੈ। ਜਦੋਂ ਇੱਥੇ ਆ ਕੇ ਤੁਸੀਂ ਰੋਜ਼ਮर्रा ਦੀਆਂ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਹੋ, ਕਿਹੜੀਆਂ ਗੱਲਾਂ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ, ਤੁਹਾਡੀਆਂ ਲਿਖਤਾਂ ਨੂੰ ਪ੍ਰਭਾਵਿਤ ਕੀਤਾ? ਜੀ ਅੱਜ ਦੇ ਤਰੀਕੇ 'ਚ ਜੇ ਮੈਂ ਕਿਹਾ ਜਾਵਾਂ ਭਾਜੀ ਕਿ ਜਿਹੜਾ ਕ੍ਰਾਈਮ ਰੇਟ ਹੁਣ ਇੱਥੇ ਵੱਧ ਰਿਹਾ ਨਾ ਜੀ, ਪਿਛਲੇ ਕੁਝ ਮੇਰੇ ਖਿਆਲ 2-3 ਮਹੀਨੇ ਦੇ ਵਕਫਿਆਂ ਤੋਂ ਜਿਹੜਾ ਕ੍ਰਾਈਮ ਰੇਟ ਵੱਧ ਰਿਹਾ ਨਾ, ਥੋੜਾ ਡਰ ਪੈਦਾ ਕਰ ਰਿਹਾ ਕਿ ਜਿਹੜੀ ਚੀਜ਼ ਨੂੰ ਮੈਂ ਹੁਣ ਇਸ ਬਿਗਰ ਕੈਨਵਸ ਤੇ ਵੇਖਦਾ, ਮੈਂ ਥੋੜ੍ਹੀਆਂ ਆਪਣੇ ਲਿਖਤਾਂ ਦਾ ਮੁਹਾਂਦਰਾ ਵੀ ਉੱਧਰ ਹੁਣ ਕਰ ਰਿਹਾ ਕਿ ਇੱਥੇ ਆਇਆ ਨੂੰ ਵੀ 7 ਸਾਲ ਹੋ ਗਏ। ਹੁਣ ਇਹ ਵੀ ਇੱਕ ਜੰਮਣ ਭੂਮੀ ਆ, ਇੱਧਰ ਦੀਆਂ ਮੁਸੀਬਤਾਂ ਇੱਧਰ ਦੀ ਲੈਂਗੁਏਜ ਦੇ ਵਿੱਚ, ਆਪਣੀ ਲੈਂਗੁਏਜ ਦੇ ਭਾਈਚਾਰੇ ਤੱਕ ਪਹੁੰਚਾਉਣੀਆਂ ਵੀ ਸਾਡਾ ਫਰਜ਼ ਬਣਦਾ। ਤੇ ਉਹਦੇ ਤੇ ਵੀ ਮੈਂ ਇੱਕ ਸਟੋਰੀ ਛੋਟੀ ਜਿਹੀ ਤਿਆਰ ਕਰ ਰਿਹਾ। ਮੁਖਤਿਆਰ ਭਾਜੀ ਨਾਲ ਵੀ ਗੱਲ ਕਰਦੇ ਸੀ, ਹੋ ਸਕਿਆ ਉਹਨੂੰ ਫਿਲਮ ਦਾ ਰੂਪ ਵੀ ਦੇਵਾਂਗੇ। ਅੱਛਾ ਜੀ। ਤੇ ਉਹ ਕੁਝ ਆਪਣਾ ਵੀ ਕਰੈਕਟਰ ਵਿੱਚ ਡਿਫਾਈਨ ਕਰ ਰਹੇ ਸੀਗੇ, ਉਹਦੇ ਬਾਰੇ ਵੀ ਗੱਲਬਾਤ ਕਰ ਰਹੇ ਸੀ। ਹਾਂਜੀ, ਇਸ ਚੀਜ਼ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਕਿਉਂਕਿ ਇਹ ਪੈਰਲਲ ਇੱਕ ਚੀਜ਼ ਚੱਲਦੀ ਆ, ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਵੀ ਨਾਲ ਚੱਲਦੀਆਂ ਤੇ ਜਿਹੜੀਆਂ ਆਪਾਂ ਸੁੱਖ ਸਹੂਲਤਾਂ ਮਾਣ ਰਹੇ ਹਾਂ ਉਹ ਤਾਂ ਹੈ ਹੀ ਆ। ਇਹ ਚੀਜ਼ ਨੂੰ ਮੈਂ ਬਿਲਕੁਲ ਅੱਜ ਔਨ 에ਅਰ ਵੀ ਕਨਫਰੰਟ ਕਰਨਾ ਚਾਹੁੰਦਾ ਆ ਕਿ ਜਿਹੜਾ ਸਾਡਾ ਭਾਈਚਾਰਾ ਆ, ਇਸ ਚੀਜ਼ ਵੱਲ ਉਹਨੂੰ ਵੀ ਧਿਆਨ ਦੇਣਾ ਚਾਹੀਦਾ ਹੈ, ਇੱਕ ਥੋੜਾ ਜਿਹਾ ਕਲੈਕਟਿਵ ਐਫਰਟ ਕਰਕੇ ਕਿ ਜੋ ਇਕਨੋਮਿਕਸ ਹੁਣ ਘਰਾਂ ਦੇ ਰੇਟ ਆਪਾਂ ਵੇਖ ਰਹੇ ਹਾਂ ਜੀ, ਗਿਰਾਵਟ ਹੋ ਗਈ, ਕਦੀ ਬਹੁਤ ਜ਼ਿਆਦਾ ਵੱਧ ਗਏ। ਇਹ ਥੋੜਾ ਜਿਹੜਾ ਇੱਕ ਹਾਰਡ ਫੇਸ ਲੰਘ ਰਿਹਾ ਵਾ, ਉਧਰ ਜਿਹੜਾ ਆਪਣਾ ਇੰਟੈਲੈਕਚੁਅਲ ਇੱਥੇ ਲੋਕੀ ਨੇ ਥੋੜਾ ਜਿਹਾ ਇਕਮੁੱਠ ਹੋ ਕੇ ਉਹ ਗੈਦਰਿੰਗ ਕਰਕੇ ਥੋੜਾ ਉਧਰ ਨੂੰ ਵੀ ਇੱਕ ਹੋਕਾ ਦੇਣਾ ਪੈਣਾ। ਜਿਵੇਂ ਆਪਾਂ ਪਹਿਲਾਂ ਕੋਈ ਵੀ ਚੀਜ਼ ਹੋਵੇ ਆਪਾਂ ਹੋਕਾ ਦਿੰਦੇ ਰਹੇ ਇਕੱਠੇ ਹੋ ਕੇ, ਫਾਰਮਰਸ ਪ੍ਰੋਟੈਸਟ ਲਾ ਲਓ, ਜਿਹੜੇ ਹੁਣ ਇੱਕ ਹੋਰ ਇਸ਼ੂ ਆ ਮਾਈਗ੍ਰੈਂਟ ਸਟਕ ਹੋਏ ਪਏ ਆ, ਹਨਾ ਜੀ, ਤੁਸੀਂ ਵੀ ਉਹਨਾਂ ਦੀ ਡਾਕੂਮੈਂਟਰੀਜ਼ ਕਰਕੇ ਆਏ ਹੋ, ਹਨਾ ਜੀ, ਸਾਰਿਆਂ ਨੇ ਦੇਖੀਆਂ ਜੀ। ਇੱਕ ਲੋੜ ਹੁਣ ਬਣਦੀ ਜਾਂਦੀ ਹੈ ਹੌਲੀ ਹੌਲੀ ਕਿ ਜੋ ਆਪਣੀ ਜੰਮਣ ਭੂਮੀ ਹੈ ਉਹ ਤਾਂ ਹੈ ਹੀ ਆ, ਪਰ ਇੱਥੇ ਵੀ ਆਪਾਂ ਨੂੰ ਕਲੈਕਟਿਵ ਐਫਰਟਸ ਕਰਨੇ ਪੈਣਗੇ 1 ਬਾਏ 1 ਪਿਕ ਕਰਕੇ। ਸੋ ਅਜਿਹੇ ਮੁੱਦਿਆਂ ਦੀ ਨਿਸ਼ਾਨਦੇਹੀ ਇੱਕ ਨਵਾਂ ਮਾਈਗ੍ਰੈਂਟ ਹੋਣ ਦੇ ਨਾਤੇ ਰਣਜੀਤ ਸਿੰਘ ਸੰਧੂ ਬਾਖੂਬੀ ਕਰ ਰਿਹਾ ਹੈ ਕਿ ਜਿਨ੍ਹਾਂ ਦੇ ਵਿੱਚ ਸਮੁੱਚਤਾ ਦੇ ਸੰਕਲਪ ਦੀ ਵੱਧ ਜ਼ਰੂਰਤ ਹੈ। ਹੋਰ ਕਿਹੜੇ ਮਾਮਲੇ ਨੇ ਜਿਹੜੇ ਰੋਜ਼ਮर्रा ਦੀ ਜ਼ਿੰਦਗੀ 'ਚ ਤੁਹਾਨੂੰ ਟੁੰਬਦੇ ਆ, ਜਿਹੜੇ ਤੁਹਾਡੀਆਂ ਲਿਖਤਾਂ ਤੱਕ ਪਹੁੰਚਣ ਨੂੰ ਬੇਬਲ ਨੇ? ਥੋੜਾ ਦਿਲ ਕਰਦਾ ਵੀ ਉਹ ਖਿਆਲ ਜਿਹੜੇ ਰਿੜਕ ਹੋ ਰਹੇ ਆ ਜ਼ਿਹਨ ਦੇ ਪਿਛਲੇ ਪਾਸੇ, ਉਹਨਾਂ ਨੂੰ ਕਿਤੇ ਕਾਗਜ਼ੀ ਹਿੱਕ ਦੇ ਉੱਤੇ ਉਕਰਨਾ ਬੜਾ ਲਾਜ਼ਮੀ ਹੈ। ਸੋ ਹੋਰ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਕਿਤੇ ਨਾ ਕਿਤੇ ਤੰਗ ਕਰਦੀ ਆ, ਤੁਹਾਡੀ ਨੀਂਦ ਉਡਾਉਂਦੀ ਆ, ਉਹ ਜਾਣਨਾ ਚਾਹੁੰਦੇ ਹਾਂ ਅਸੀਂ, ਕਿਉਂਕਿ ਨੌਜਵਾਨੀ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਵੱਲ ਗੰਭੀਰਤਾ ਦੇ ਨਾਲ, ਸੰਜੀਦਗੀ ਨਾਲ ਸੋਚਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ। ਹਾਂਜੀ ਭਾਜੀ, ਬਿਲਕੁਲ। ਮੇਰੀ ਥੋੜੀ ਜਿਹੀ ਰਿਸਰਚ ਚੱਲਦੀ ਹੈ ਪਿਛਲੇ 3 ਮਹੀਨਿਆਂ ਤੋਂ, ਕਿਉਂਕਿ ਇੱਕ ਤੇ ਆਪਾਂ ਤਾਂ ਚਲੋ ਪੰਜਾਬੀ ਕਮਿਊਨਿਟੀ ਤਾਂ ਹੈ ਹੀ ਹੈ, ਇੰਡੀਅਨ ਕਮਿਊਨਿਟੀ ਤਾਂ ਹੈ ਹੀ ਹੈ, ਇੱਕ ਜਿਹੜੇ ਆਪਣੇ ਛੋਟੇ ਛੋਟੇ ਆਈਲੈਂਡਸ ਤੋਂ ਆਏ ਨੇ, ਸਮੋਆ ਹੋ ਗਿਆ, ਕੁੱਕ ਆਈਲੈਂਡਸ, ਜਾਂ ਜਿਹੜੇ ਆਹ ਮੌਰੀ ਭਾਈਚਾਰਾ ਆਪਣਾ ਰਹਿ ਰਿਹਾ ਆ, ਇਹਨਾਂ ਦੇ ਨਾਲ ਆਪਣੇ ਸੰਬੰਧ ਕਦੋਂ ਸ਼ੁਰੂ ਹੋਏ, ਕਿਵੇਂ ਕੈਰੀ ਕੀਤਾ, ਇਸ ਨੂੰ ਮੈਂ ਸਟੱਡੀ ਕਰ ਰਿਹਾ ਕਿ ਮੇਰਾ ਇੱਧਰ ਧਿਆਨ ਹੈ ਕਿ ਥੋੜਾ ਇਸ ਨੂੰ ਡਾਕੂਮੈਂਟਡ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ, ਤੇ ਇਸ ਨੂੰ ਲੱਭਿਆ ਜਾਵੇ ਕਿ ਇਸ ਦਾ ਮੂਲ ਸਰੂਪ ਕੀ ਸੀਗਾ, ਹੁਣ ਕਿਹੋ ਜਿਹਾ ਚੱਲ ਰਿਹਾ, ਤੇ ਇਹਨੂੰ ਆਪਾਂ ਇੱਕ ਬਿਗਰ ਕੈਨਵਸ ਜਾਂ ਬਿਗਰ ਪਲੇਟਫਾਰਮ ਤੇ ਕਿਵੇਂ ਲੈ ਕੇ ਜਾ ਸਕਦੇ ਹਾਂ ਭਾਜੀ। ਬਹੁਤ ਖੂਬਸੂਰਤ ਗੱਲ ਹੈ, ਮੈਨੂੰ ਬਹੁਤ ਵਧੀਆ ਲੱਗਾ ਇਸ ਮੁਲਕ ਦੇ ਵਿੱਚ ਆ ਕੇ ਮਲਟੀਕਲਚਰਲਿਜ਼ਮ ਨੂੰ ਐਕਨੋਲੇਜ ਕਰਨਾ, ਉਸ ਨੂੰ ਮਾਨਤਾ ਦੇਣੀ, ਆਪਣੀ ਆਮ ਜ਼ਿੰਦਗੀ ਦੇ ਵਿੱਚੋਂ ਜਿੰਨਾ ਵੀ ਸਮਾਂ ਤੁਹਾਨੂੰ ਮਿਲਦਾ ਉਸ ਸਮੇਂ ਦੇ ਵਿੱਚ ਇਹਨਾਂ ਦੇ ਬਾਰੇ ਜਾਣਨਾ, ਆਪਣੇ ਰਿਸ਼ਤਿਆਂ ਦੀ ਪਰਸਪਰ ਜਿਹੜਾ ਨਿੱਘ ਆ ਉਹਨੂੰ ਐਕਸਪਲੋਰ ਕਰਨਾ, ਉਹ ਬੜਾ ਲਾਜ਼ਮੀ ਹੋ ਜਾਂਦਾ ਤਾਂ ਕਿ ਅਗਲੀ ਪੀੜ੍ਹੀ ਜਿਹੜੀ ਆ ਉਹਦੇ ਸਾਹ ਸੁਖਾਲੇ ਹੋ ਜਾਣ। ਬਿਲਕੁਲ ਜੀ। ਲਿਖਤਾਂ ਦੇ ਵਿੱਚੋਂ ਇਹ ਚੀਜ਼ਾਂ ਨੂੰ ਕਿਵੇਂ ਹੋਰ ਵਧੀਆ ਢੰਗ ਦੇ ਨਾਲ ਐਕਸਪਲੋਰ ਕੀਤਾ ਜਾ ਸਕਦਾ ਹੈ? ਕਿਉਂਕਿ ਮੈਂ ਦੇਖ ਰਿਹਾ ਨਵੇਂਪੁਰ ਦੇ ਮੁੰਡਿਆਂ ਦੇ ਵਿੱਚੋਂ, ਜਿੱਥੇ ਹੁਣ ਆਵਰ ਆਕਲੈਂਡ ਦੇ ਉੱਤੇ
ਜਦੋਂ 5 ਲੇਖਕਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਤੁਹਾਡਾ ਵੀ ਨਾਂ ਜਿਹੜਾ ਚਮਕਦਾ। ਮੈਂ ਸੋਚਦਾ ਵੀ ਇਹ ਵੀ ਧੰਨ ਭਾਗ ਹੈ ਕਿ ਪਹਿਲੀ ਵਾਰ ਆਕਲੈਂਡ ਸਿਟੀ ਕੌਂਸਲ ਨੇ 5 ਪੰਜਾਬੀ ਲੇਖਕਾਂ ਨੂੰ ਰੂਬਰੂ ਕਰਨਾ। ਹੁਣ ਤੱਕ ਸਿਰਫ ਅੰਗਰੇਜ਼ੀ ਭਾਸ਼ਾ ਦੇ ਲੇਖਕਾਂ ਨੂੰ ਹੀ ਰੂਬਰੂ ਕੀਤਾ। ਸੋ ਉੱਥੇ ਜਦੋਂ ਤੁਸੀਂ ਰੂਬਰੂ ਹੋਣਾ ਤਾਂ ਉੱਥੇ ਸੰਗਤ ਜਿਹੜੀ ਉਹ ਭਾਂਤ ਦੀ ਹੋਣੀ ਹੈ। ਮੈਂ ਵੀ ਤੇ ਰਾਤ ਵੀ ਚਰਚਾ ਕਰ ਰਿਹਾ ਸੀ ਭਾਜੀ ਦਲਜੀਤ ਤੇ ਨਵੀਦ ਹਮੀਦ ਹੋਣਾ ਦੇ ਨਾਲ, ਦੋਵੇਂ ਪੰਜਾਬਾਂ ਦੀ ਜਦੋਂ ਗੱਲ ਚੱਲੀ ਤਾਂ ਮੈਂ ਉਹਨਾਂ ਨੂੰ ਇਹ ਆਖਿਆ ਕਿ 213 ਵੱਖ-ਵੱਖ ਭਾਈਚਾਰੇ ਜਿਹੜੇ ਇੱਕੋ ਛੱਤ ਹੇਠਾਂ, ਕਹਿਣ ਦਾ ਭਾਵ ਇੱਕੋ ਮੁਲਕ ਦੇ ਵਿੱਚ ਇਹਨਾਂ ਸਰਹੱਦਾਂ ਦੇ ਅੰਦਰ ਰਹਿ ਰਹੇ ਨੇ। ਸੋ ਉਹਨਾਂ ਨੂੰ ਜਦੋਂ ਮਾਨਤਾ ਦੇਣ ਦੀ ਗੱਲ ਆਉਂਦੀ ਆ ਤਾਂ ਫਿਰ ਇਹ ਜ਼ਰੂਰੀ ਹੋ ਜਾਂਦਾ ਵੀ ਜਿਹੜੇ ਉਹਨਾਂ ਦੇ ਮਸਲੇ ਆ ਉਹ ਤੁਹਾਨੂੰ ਆਪਣੇ ਮਸਲੇ ਲੱਗਣੇ। ਹੌਲੀ ਬਣ ਗਿਆ ਲੋਕਾਂ ਦਾ ਦੁੱਖ ਆਪਣਾ ਦੁੱਖ। ਬਿਲਕੁਲ ਸਹੀ। ਸਟੇਜ ਜਿਹੜੀ ਆ ਉਹ ਅਵਸਥਾ ਜਿਹੜੀ ਆ ਉਹ ਸਾਡੇ ਉੱਤੇ ਆਉਣੀ ਲਾਜ਼ਮੀ ਆ। ਜਦੋਂ ਤੁਸੀਂ ਇੱਕ ਮੇਰੇ ਖਿਆਲ ਸਭ ਤੋਂ ਯੰਗੈਸਟ ਲੇਖਕ ਤੁਸੀਂ ਹੋ ਉਹਨਾਂ ਦੇ ਵਿੱਚੋਂ, ਜਿਹੜੇ 5 ਲੇਖਕ ਹੋਣਗੇ, ਸੋ ਉਹਦੇ ਲਈ ਕੀ ਤਿਆਰੀ ਆ? ਉੱਥੇ ਲੋਕਾਂ ਨੂੰ ਤੁਹਾਨੂੰ ਵੱਖ-ਵੱਖ ਸਵਾਲ ਵੀ ਕਰਨੇ ਆ, ਤੁਹਾਡੀਆਂ ਲਿਖਤਾਂ ਨੂੰ ਲੈ ਕੇ ਤੁਹਾਡੀ ਨਬਜ਼ ਸਟੋਣ ਦੀ ਕੋਸ਼ਿਸ਼ ਕਰਨੀ ਹੈ। ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਜੀ, ਬਿਲਕੁਲ ਉਹਦੇ ਵਾਸਤੇ ਤਿਆਰੀ ਇਹ ਹੈ ਕਿ ਕੰਮ ਦੇ ਦੌਰਾਨ ਜਦੋਂ ਛੋਟਾ ਵਕਫਾ ਹੁੰਦਾ, ਮੈਂ ਆਪਣੇ ਨੋਟਸ ਤਿਆਰ ਕਰ ਰਿਹਾ ਹੌਲੀ। ਮੇਰਾ ਜਿਹੜਾ ਉੱਥੇ ਸਰਕਲ ਆ, ਅਸੀਂ ਜਿਹੜੇ 30 to 35 ਇੰਪਲੋਈਜ਼ ਆ, ਔਰ ਰੱਬ ਦੀ ਬਖਸ਼ਿਸ਼ ਨਾਲ 10 ਜਿਵੇਂ ਆਈਲੈਂਡਰਸ ਨੇ, 10 ਅਸੀਂ ਆ, 10 ਕੁੱਕ ਆਈਲੈਂਡਰ ਆ, ਉਹਨਾਂ ਨਾਲ ਮੇਰੇ ਵਿਚਾਰ ਵਟਾਂਦਰਾ ਚੱਲਦਾ ਰਹਿੰਦਾ ਕਿ ਸਾਡੀ ਤੇ ਗਰਾਊਂਡ ਲੈਵਲ ਤੇ ਆਹ ਕੰਡੀਸ਼ਨ ਇੱਥੇ ਹੈਗੀ ਆ, ਤੁਹਾਡੀ ਕੀ ਆ। ਉਹਦੇ ਅਕੋਰਡਿੰਗ ਮੈਂ ਆਪਣੇ ਨੋਟਸ ਤਿਆਰ ਕਰ ਰਿਹਾ। ਹੋਪਫੁਲੀ ਮੈਂ ਜਿਸ ਦਿਨ ਇਹ ਅਨਾਊਂਸਮੈਂਟ ਹੋਈ ਤੇ ਉਸ ਦਿਨ ਵੀ ਮੈਂ ਗੱਲ ਕਰਦਾ ਸੀਗਾ ਜਿਹੜੇ ਸੁਨੀਤਾ ਭੈਣ ਜੀ ਨੇ ਕਿ ਜ਼ਿੰਮੇਵਾਰੀ ਇਹ ਵੱਡੀ ਆ। ਹੁਣ ਸਾਨੂੰ ਆਪਣੇ ਸ਼ੈੱਲ ਦੇ ਵਿੱਚੋਂ ਬਾਹਰ ਆ ਕੇ, ਇੱਕ ਪੰਜਾਬੀ ਜਿਹੜਾ ਅਸੀਂ ਸ਼ੈੱਲ ਬਣਾਇਆ ਹੋਇਆ ਆਪਣੇ ਆਲੇ ਦੁਆਲੇ, ਉਸ ਤੋਂ ਬਾਹਰ ਆ ਕੇ ਤੁਸੀਂ ਮੌਕਾ ਦੇ ਰਹੇ ਹੋ। ਤੁਹਾਡਾ ਧੰਨਵਾਦ। ਹੁਣ ਅੱਗੇ ਜ਼ਿੰਮੇਵਾਰੀ ਸਾਡੀ ਆ, ਅਸੀਂ ਪੂਰੀ ਤਨਦੇਹੀ ਦੇ ਨਾਲ ਇੱਕ ਕਲੈਕਟਿਵ ਥਾਟਸ ਕੈਰੀ ਕਰਾਂਗੇ। ਮੈਂ ਉਮੀਦ ਕਰਦਾ ਕਿ ਜਿਹੜੇ ਸਾਡੇ ਨਵੇਂ ਪੂਰ ਦੇ ਮੁੰਡੇ ਕੁੜੀਆਂ ਨੇ ਇਹ ਇੱਕ ਵਿਸ਼ਵ ਵਿਆਪੀ ਨਾਗਰਿਕ ਯਾਨੀ ਕਿ ਗਲੋਬਲ ਸਿਟੀਜ਼ਨ ਵਜੋਂ ਵਿਚਰਨਗੇ ਤੇ ਜਿਹੜੀਆਂ ਵੀ ਚੁਣੌਤੀਆਂ ਨੇ ਉਹਨਾਂ ਦੇ ਵਿੱਚੋਂ ਆਉਣ ਵਾਲੇ ਸਮੇਂ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਤਲਾਸ਼ ਕਰਨਗੇ। ਸਾਡੇ ਜਿਹੜੇ ਨਵੇਂ ਪੂਰ ਦੇ ਮੁੰਡਿਆਂ ਕੁੜੀਆਂ ਦੀ ਮੈਂ ਗੱਲ ਕਰ ਰਿਹਾ, ਰਣਜੀਤ ਸੰਧੂ ਤੁਸੀਂ ਉਹਨਾਂ ਵਿੱਚੋਂ ਇੱਕ ਹੋ, ਤੇ ਉਹਨਾਂ ਨੂੰ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਮੇਰੇ ਜਿਹੜੇ ਭੈਣ ਭਾਈ ਨੇ, ਸਮਕਾਲੀ ਯਾਰ ਮਿੱਤਰ, ਮੇਰਾ ਉਹਨਾਂ ਨੂੰ ਸੁਨੇਹਾ ਇਹੀ ਆ ਕਿ ਤੁਸੀਂ ਜਿਹੜੇ ਆਪਣੇ ਡੇਲੀ ਕੰਮਕਾਰ ਕਰਦੇ ਹੋ, ਵੈਲ ਐਂਡ ਗੁੱਡ, ਥੋੜ੍ਹਾ ਜਿਹਾ ਜਿਹੜਾ ਤੁਹਾਡਾ ਇੰਟਲੈਕਚੁਅਲ ਲੈਵਲ ਆ ਉਹਨੂੰ ਅਪ ਬਰਿੰਗ ਕੀਤਾ ਜਾਵੇ। ਤੁਸੀਂ ਆਪਣੇ ਅੰਦਰ ਕੰਮਕਾਰ ਦੇ ਨਾਲ ਜਦੋਂ ਘਰੇ ਆਉਂਦੇ ਹੋ ਜਾਂ ਤੁਹਾਡੇ ਕੋਲ ਜਿਹੜਾ ਟਾਈਮ ਹੁੰਦਾ, ਉਸ ਦੇ ਵਿੱਚ ਆਉਣ ਤੋਂ ਬਾਅਦ ਤੁਸੀਂ ਸਾਰੇ ਦਿਨ ਦਾ, ਜਿਵੇਂ ਕਹਿੰਦੇ ਨਾ ਜੀ ਆਪਾਂ ਦੁੱਧ ਰਿੜਕਦੇ ਹਾਂ, ਤੁਸੀਂ ਜਦੋਂ ਆਪਣੇ ਵਿਚਾਰ ਰਿੜਕਦੇ ਹੋ ਸ਼ਾਮ ਨੂੰ, ਇਹ ਚੀਜ਼ ਉਹਦੇ 'ਚੋਂ ਆਊਟਕਮ ਕੋਈ ਨਾ ਕੋਈ ਕੱਢੋ ਕਿ ਸਾਡੀਆਂ ਰਿਸਪੌਂਸਿਬਿਲਿਟੀਜ਼ ਕੀ ਨੇ। ਜਿਹੜਾ ਭਾਈਚਾਰਾ ਸਾਨੂੰ ਮਾਣ ਬਖਸ਼ਦਾ, ਸਾਡੇ ਸ਼ੇਅਰਾਂ, ਸਾਡੀਆਂ ਲਿਖਤਾਂ ਦੀ ਦਾਦ ਦਿੰਦਾ, ਉਹਨਾਂ ਦੀਆਂ ਪ੍ਰੋਬਲਮਸ ਕੀ ਨੇ ਜਾਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਰਿਕੋਗਨਾਈਜ਼ ਕਰੀਏ, ਤਾਂ ਕਰਕੇ ਕਲੈਕਟਿਵ ਐਫਰਟਸ ਹੋਈ ਜਾਣ। 8-10 ਘੰਟੇ ਕੰਮ ਤਾਂ ਹਰ ਬੰਦਾ ਕਰੀ ਜਾਂਦਾ ਭਾਜੀ, ਤੇ ਉਹ ਤਾਂ ਕਰਨਾ ਵੀ ਪੈਣਾ। ਤੁਸੀਂ ਚਾਹੇ 30 ਸਾਲ ਦੇ ਹੋ ਚਾਹੇ 60 ਸਾਲ ਦੇ ਹੋ, ਤੁਸੀਂ ਘੰਟੇ ਘਟਾ ਲੋਗੇ, ਉਹ ਤਾਂ ਆਪਾਂ ਇੱਕ ਸਿਸਟਮ ਦਾ ਹਿੱਸਾ ਹੈ ਹੀ ਹੈ। ਪਰ ਜੋ ਆਪਣੀਆਂ ਰਿਸਪੌਂਸਿਬਿਲਿਟੀਜ਼ ਵੀ ਆ ਉਹ ਕਿਸੇ ਨੇ ਆ ਕੇ ਨਹੀਂ ਦੱਸਣੀਆਂ, ਉਹਨੂੰ ਰੈਕੋਗਨਾਈਜ਼ ਕਰੀਏ ਤੇ ਉਹਨਾਂ ਨੂੰ ਆਪਾਂ ਨੂੰ ਰੈਕਟੀਫਾਈ ਵੀ ਕਰਨਾ ਪੈਣਾ ਜੀ। ਸੋ ਨਿੱਜੀ ਤੌਰ ਤੇ ਚਤੰਨ ਹੋਣਾ ਉਨਾ ਹੀ ਲਾਜ਼ਮੀ ਹੈ ਜਿੰਨਾ ਨਿੱਜੀ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਾਡੇ ਵਿੱਚ ਇੱਕ ਮੀਰੀ ਗੁਣ ਵਾਂਗ ਡਿਵੈਲਪ ਹੋਣਾ ਚਾਹੀਦਾ। ਮੇਰਾ ਨਿੱਜੀ ਤੌਰ ਤੇ ਰਣਜੀਤ ਸਿੰਘ ਸੰਧੂ ਦੇ ਨਾਲ ਇਸ ਗੱਲੋਂ ਵਾਅਦਾ ਹੈ ਕਿ ਜਦੋਂ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋ, ਹੱਕ ਜਿਹੜੇ ਨੇ ਉਹਨਾਂ ਵਿੱਚ ਉਹਦੇ ਆਪ ਹੀ ਮਿਲ ਜਾਂਦੇ ਆ। ਅੱਧਿਆਂ ਦੇ ਲਈ ਸੰਘਰਸ਼ ਜ਼ਰੂਰ ਕਰਨਾ ਪੈਂਦਾ। ਹੋ ਸਕਦਾ ਸਾਨੂੰ ਨੰਗੇ ਧੜ ਜਾ ਕੇ ਵੈਲਿੰਗਟਨ ਦੀ ਪਾਰਲੀਮੈਂਟ ਦੇ ਬਾਹਰ ਖੜਨਾ ਪਵੇ, ਜਿਵੇਂ ਤੁਸੀਂ ਆਫਸ਼ੋਰ ਸਟੱਕ ਮਾਈਗ੍ਰੈਂਟਸ ਦੀ ਗੱਲ ਕੀਤੀ ਹੈ। ਮੈਂ ਉਮੀਦ ਕਰਦਾ ਕਿ ਸਵੱਛਤਾ ਦੇ ਸੰਕਲਪ ਦੇ ਵਿੱਚੋਂ ਬਹੁਤ ਸਾਰੀਆਂ ਨਵੀਆਂ ਗੱਲਾਂ, ਨਵੇਂ ਸੁਨੇਹੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਆਖਰ ਦੇ ਵਿੱਚ ਸੰਖੇਪ 'ਚ ਕੁਝ ਹੋਰ ਗੱਲਬਾਤ ਜਿਹੜੀ ਮੈਂ ਪੁੱਛਣੋਂ ਰਹਿ ਗਿਆ ਹੋਵਾਂ ਤੇ ਤੁਸੀਂ ਦੱਸਣੀ ਚਾਹੁੰਦੇ ਹੋਵੋ, ਇਸ ਤੋਂ ਪਹਿਲਾਂ ਮੈਂ ਆਪਣੇ ਬਹੁਤ ਪਿਆਰੇ ਮਿੱਤਰ ਜਿਹੜੇ ਕਿ ਹੈਮਿਲਟਨ ਤੋਂ ਸਾਡੇ ਵੀਰ ਰਵੀ ਮਾਹਲ ਜੀ, ਕ੍ਰਾਈਸਟਚਰਚ ਤੋਂ ਸਾਡਾ ਵੀਰ ਹਰਨੇਕ ਸਿੰਘ ਬਾਠ, ਤੇ ਸਾਡੇ ਸਤਿਕਾਰਯੋਗ ਅੰਕਲ ਬੇਅੰਤ ਸਿੰਘ ਜਡੌਰ ਸਾਹਿਬ ਜਿਹੜੇ ਨੇ, ਤੇ ਨਾਲ ਗਜ਼ਲ ਮੰਚ ਸਰੀ ਵਾਲੇ ਜਿਹੜੇ ਨੇ ਉਹ ਵਾਚ ਕਰ ਰਹੇ ਨੇ। ਸੋ ਦੇਖੋ, ਦੂਰ ਦਰਾਡੇ ਤੋਂ ਇਹ ਜਿਹੜਾ ਵਿਸ਼ਵ ਵਿਆਪੀ ਵਰਤਾਰਾ, ਇਹਦਾ ਇੱਕ ਹਿੱਸਾ ਇਹ ਵੀ ਹੈ ਕਿ ਅਸੀਂ ਪਾਪਾ ਟੋਇਟੋ ਜਿਹੜੀ ਪੰਜਾਬੀਆਂ ਦੀ ਆਪਣੀ ਨਗਰੀ ਹੈ, ਆਪਣੀ ਧਰਤ ਹੈ, ਉਸ ਤੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਹੋ ਰਹੇ ਹਾਂ, ਬਲਕਿ ਰੂਬਰੂ ਹੋ ਰਹੇ ਹਾਂ। ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਾਡੇ ਵੱਡੇ, ਛੋਟੇ, ਨਿੱਕੇ ਅਤੇ ਜਿਨ੍ਹਾਂ ਨੇ ਹਾਲੇ ਇਸ ਮੁਲਕ ਨੂੰ ਆਪਣੀ ਕਰਮਯੋਗੀ ਭੂਮੀ ਬਣਾਉਣਾ ਹੈ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਆ ਦੁਨੀਆ ਦੇ ਕੋਨੇ-ਕੋਨੇ ਤੱਕ, ਜਿੱਥੇ ਤੱਕ ਵੀ ਮੈਨੂੰ ਕੋਈ ਸੁਣ ਰਿਹਾ ਜਾਂ ਸੁਣੇਗਾ, ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਤੁਸੀਂ
ਥੋੜਾ ਜਿਹਾ ਗਲੋਬਲਾਈਜੇਸ਼ਨ ਜਿਹੜੀ ਆਪਾਂ ਇੱਕ ਹੋ ਰਹੀ ਹੈ, ਹੌਲੀ ਹੌਲੀ ਆਪਾਂ ਸਾਰਾ ਇੱਕ ਮੰਚ ਬਣ ਗਿਆ, ਤੁਹਾਡੀ ਰੀਚ ਬਣੀ ਹੋਈ ਆ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਲੋਕਾਂ 'ਚ ਆਪਣੀ ਗੱਲ ਰੱਖਦੇ ਹੋ, ਉੱਥੇ ਤੁਸੀਂ ਆਪਣੀ ਕਮਿਊਨਿਟੀ ਦੀ ਜੋ ਗੱਲਬਾਤ ਕਰਨੀ ਉਹ ਕਰਨੀ ਹੀ ਆ। ਹੋਰ ਤੁਸੀਂ ਜੋ ਆਲੇ ਦੁਆਲੇ ਆਪਣੇ ਆਸੇ-ਪਾਸੇ ਆਉਂਦੇ ਜਾਂਦੇ ਵੇਖਦੇ ਹੋ ਕਿ ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਨਿਊਜ਼ ਦੇ ਵਿੱਚ ਜੋ ਚੱਲ ਰਿਹਾ ਇਕਨੋਮਿਕ ਕ੍ਰਾਈਸਿਸ ਜਾਂ ਰਿਸੈਸ਼ਨ, ਪ੍ਰੀ ਰਿਸੈਸ਼ਨ ਆਪਾਂ ਨੂੰ ਅਲਰਟ ਮਿਲ ਰਹੇ ਆ, ਜਾਂ ਇਕਨੋਮਿਕ ਰਿਸੈਸ਼ਨ ਦੇ ਜੋ ਆਪਾਂ ਨੂੰ ਚੀਜ਼ਾਂ ਮਿਲ ਰਹੀਆਂ, ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਆਪਣੀ ਆਵਾਜ਼ ਪਹੁੰਚਾਓ, ਜਾਂ ਤੁਹਾਨੂੰ ਉਸ ਸਟਰੀਮ ਦਾ ਜੇ ਕੋਈ ਬੰਦਾ ਜਾਣਦਾ ਉਹਦੇ ਨਾਲ ਵਿਚਾਰ ਵਟਾਂਦਰੇ ਕਰੋ ਕਿ ਆਪਾਂ ਇਹਨਾਂ ਨੂੰ ਪ੍ਰੀ ਸੋਲਵ ਕਿਵੇਂ ਕਰ ਸਕਦੇ ਆ। ਇਹ ਐਵੇਂ ਥੋੜੀ ਕਰਨਾ ਆਪਾਂ ਕਿ ਬੂਹੇ ਆਈ ਜੰਨ ਕੇ ਵਿੰਨੋ ਕੁੜੀ ਦੇ ਕੰਨ, ਪ੍ਰੋਬਲਮ ਆਈ ਤੋਂ ਤਾਂ ਹਰ ਕੋਈ ਭੱਜਦਾ ਹੈ। ਥੋੜੇ ਜਿਹੇ ਆਪਣੇ ਪ੍ਰੀ ਪਲਾਨਸ ਹੋਣ, ਮੁੱਦੇ ਬਹੁਤ ਆ। ਆਫਸ਼ੋਰ ਸਟਕ ਮਾਈਗ੍ਰੈਂਟਸ ਜਾਂ ਇੱਕ ਹੋਰ ਛੋਟੇ-ਮੋਟੇ ਕਨੈਕਸ਼ਨਸ ਜਿਹੜੇ ਆਪਾਂ ਲੂਜ਼ ਐਂਡਸ ਨੇ ਉਹਨਾਂ ਨੂੰ ਆਪਾਂ ਟਾਈਟਨ ਅਪ ਕਰੀਏ। ਸਾਰੇ ਭਾਈਚਾਰੇ ਇੱਕ ਮੰਚ ਦੇ ਉੱਪਰ ਕਲੈਕਟ ਹੋ ਕੇ, ਗੈਦਰ ਹੋ ਕੇ ਇਹਨਾਂ ਨੂੰ ਐਡਰੈਸ ਕਰਕੇ ਸੋਲਿਊਸ਼ਨ ਲੱਭੀਏ ਜੀ। ਅੱਛਾ, ਰਣਜੀਤ ਸੰਧੂ ਵੀ ਓਨਾ ਹੀ ਭਾਵਨਾ ਦੇ ਨਾਲ ਬੱਝਾ ਹੋਇਆ ਜਿੰਨਾ ਤੁਸੀਂ ਤੇ ਅਸੀਂ ਬੱਝੇ ਹੋਏ ਹਾਂ। ਰਣਜੀਤ ਸੰਧੂ, ਮੈਂ ਚਾਹਾਂਗਾ ਤੁਸੀਂ ਜਿਹੜੇ ਤੁਹਾਡੇ ਚਲਾਵੈਕ ਦੇ ਵਿੱਚ ਛੋਟੇ ਜਿਹੇ ਖੂਬਸੂਰਤ ਪਿੰਡ ਦੇ ਵਿੱਚ ਇਹਨਾਂ ਦੀ ਮੂੰਹ ਬੋਲੀ ਭੈਣ ਰਹਿੰਦੀ ਹੈ, ਪਿੰਕੀ ਹੀਰ, ਤੇ ਇਲਾਕਾ ਉਹਦਾ ਮੇਰੇ ਵਾਲਾ, ਲੇਕਿਨ ਉਹਨੇ ਬੜੇ ਸਤਿਕਾਰ ਦੇ ਨਾਲ ਮੇਰੇ ਹੱਥ ਇੱਕ ਰੱਖੜੀ ਭੇਜੀ ਆ ਜੀ। ਸੋ ਤੁਸੀਂ ਇਹ ਰੱਖੜੀ ਜ਼ਰੂਰ ਜਿਹੜੀ ਆ ਦਿਖਾ ਦਿਓ ਜੀ, ਤਾਂ ਕਿ ਜਿੱਥੇ ਕਿਤੇ ਵੀ ਕੋਈ ਤੁਹਾਨੂੰ ਕੋਈ ਦੇਖ ਰਿਹਾ, ਤੁਹਾਡੇ ਵਿੱਚੋਂ ਇੱਕ ਭਰਾ ਦੀ ਝਲਕ, ਤੁਹਾਡੇ ਵਿੱਚੋਂ ਇੱਕ ਸੁਪੁੱਤਰ ਦੀ ਝਲਕ ਜਿਹੜੀ ਹੈ ਪੰਜਾਬੀ ਮਾਂ ਬੋਲੀ ਦੇ ਲੇਖਕ ਹੋਣ ਦੇ ਨਾਲ ਨਾਲ ਉਹ ਵੀ ਪੈਣੀ ਚਾਹੀਦੀ ਹੈ। ਸੋ ਇਹ ਅਮਾਨਤ ਆ ਜੀ, ਇਹ ਰਣਜੀਤ ਸੰਧੂ ਤੱਕ ਮੈਂ ਕੈਨੇਡਾ ਤੋਂ ਲਿਆ ਕੇ ਪਹੁੰਚਾ ਦਿੱਤੀ ਆ। ਜਿੱਦਣ ਰੱਖੜੀ ਹੋਣੀ ਹੈ ਉਸ ਦਿਨ ਰਣਜੀਤ ਸੰਧੂ ਜਿਹੜਾ ਉਸ ਨੂੰ ਆਪਣੇ ਗੁੱਟ ਤੇ ਸਜਾਏਗਾ ਜੀ। ਸੋ ਬਹੁਤ ਖੂਬਸੂਰਤ ਯਾਦਾਂ, ਬਹੁਤ ਸਾਰੀਆਂ ਖੂਬਸੂਰਤ ਗੱਲਾਂ ਜਿਹੜੀਆਂ ਜਦੋਂ ਜਿਵੇਂ ਵੀ ਸਾਨੂੰ ਮੌਕਾ ਮਿਲਦਾ ਗਿਆ ਅਸੀਂ ਰਣਜੀਤ ਸੰਧੂ ਦੇ ਨਾਲ ਇਹ ਸਭ ਕੁਝ ਤੁਹਾਡੇ ਰੂਬਰੂ ਕਰਦੇ ਚੱਲਾਂਗੇ, ਕਿਉਂਕਿ ਅਸੀਂ ਇੱਕ ਪਰਿਵਾਰ ਵਾਂਗ ਵਿਚਰਦੇ ਹਾਂ। ਇੱਕ ਲੇਖਕ ਜਿਹੜਾ ਉਹ ਕਦੇ ਵੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਜਾਂ ਹੋਣ ਵਾਲੀਆਂ ਚੁਣੌਤੀਆਂ ਤੋਂ ਕਦੇ ਵੀ ਅਛੂਤਾ ਨਹੀਂ ਰਹਿ ਸਕਦਾ। ਰਣਜੀਤ ਸੰਧੂ, ਇੰਨੀ ਦਿਨੀ ਕਿਤਾਬਾਂ ਕਿਹੜੀਆਂ ਪੜ੍ਹ ਰਹੇ ਹੋ? ਜਾਂਦੇ ਇਹ ਜ਼ਰੂਰ ਦੱਸੋ, ਕਿਉਂਕਿ ਕਈ ਵਾਰੀ ਨਾ ਸਿਲੈਕਸ਼ਨ ਕਰਨੀ ਔਖੀ ਹੋ ਜਾਂਦੀ ਆ। ਜੇ ਮੈਂ ਫਿਲਮਾਂ ਬਾਰੇ ਪੁੱਛਣਾ ਹੋਵੇ ਤਾਂ ਨਵਦੀਪ ਕਟਾਰੀਆ ਨੂੰ ਪੁੱਛਦਾ, ਉਹਨਾਂ ਦੀ ਕਿਹੜੀ ਫਿਲਮ ਇੰਨੀ ਦਿਨੀ ਵਧੀਆ ਦੇਖਣੀ, ਤੇ ਕਿਤਾਬ ਜਿਹੜੀ ਮੈਂ ਹੁਣ ਇੰਨੀ ਦਿਨੀ ਜੇ ਪੜ੍ਹਨੀ ਹੋਵੇ, ਸਮਾਂ ਬਹੁਤ ਥੋੜਾ ਹੁੰਦਾ, ਤੇ ਕਿਹੜੀ ਕਿਤਾਬ ਪੜ੍ਹੀ ਹੈ? ਮੈਨੂੰ ਪਤਾ ਤੁਸੀਂ ਸੁਖਪਾਲ ਭੁੱਲਰ ਹੋਣਾ ਦੀ ਰਹਿਣ ਕਥਾਊ ਨਾਹੇ ਤੇ ਬੋਲ ਮਰਦਾਨਿਆਂ ਤੁਸੀਂ ਕਿਤਾਬ ਪਿਛਲੇ ਦਿਨੀ ਪੜ੍ਹੀ, ਜਿਹਦੇ ਵਿੱਚ ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ। ਜੇ ਹੋ ਸਕੇ ਤਾਂ ਜਾਂਦੇ ਜਾਂਦੇ ਸਾਡੇ ਪਿਆਰਿਆਂ ਦੇ ਨਾਲ ਉਹ ਗੱਲਾਂ ਵੀ ਜ਼ਰੂਰ ਸਾਂਝੀਆਂ ਕਰੋ ਜੀ। ਤੁਸੀਂ ਬੋਲ ਮਰਦਾਨਿਆਂ ਦਾ ਜ਼ਿਕਰ ਕੀਤਾ, ਬੋਲ ਮਰਦਾਨਿਆਂ ਮੈਂ ਰੀਸੈਂਟਲੀ ਮੁਕਾ ਕੇ ਹਟਿਆ ਜੀ। ਉਹ 'ਚ ਬਹੁਤ ਖੂਬਸੂਰਤ ਗੱਲ ਜਿਹੜੀ ਮੈਨੂੰ ਲੱਗੀ ਕਿ ਜਦੋਂ ਆਪਣੀਆਂ ਉਦਾਸੀਆਂ ਸਮਾਪਤ ਕਰਕੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਵਾਪਸ ਆ ਰਹੇ ਆ ਜੀ, ਤੇ ਇੱਕ ਕਿੱਕਰ ਆਉਂਦੀ ਆ ਤਲਵੰਡੀ ਪਿੰਡ 'ਚ ਵੜਨ ਤੋਂ ਪਹਿਲਾਂ। ਭਾਈ ਮਰਦਾਨਾ ਜੀ ਕਿੱਕਰ ਵੱਲ ਵੇਖਦੇ ਆ ਤੇ ਇੱਕ ਕੀੜੀ ਦੀ ਟੰਗ ਗੂੰਦ ਦੇ ਵਿੱਚ ਫਸੀ ਹੁੰਦੀ ਹੈ, ਉਹਨੂੰ ਕੱਢ ਕੇ ਸਾਈਡ ਤੇ ਰੱਖਦੇ ਆ ਤੇ ਕਹਿੰਦੇ, ਬਾਬਾ ਤਲਵੰਡੀ ਦੇ ਨੇੜੇ ਆ ਕੇ ਕਿੰਨਾ ਦਿਸਣ ਲੱਗ ਜਾਂਦਾ। ਕਿੰਨੀ ਖੂਬਸੂਰਤ ਗੱਲ। ਤੇ ਦੂਜੀ ਕਿਤਾਬ ਮੈਂ ਡਾਕਟਰ ਸੁਖਦਿਆਲ ਸਿੰਘ ਦੀ ਪੜ੍ਹ ਰਿਹਾ, ਲਾਹੌਰ ਪੰਜਾਬ, ਪਹਿਲਾ ਪਾਰਟ। ਉਹਦੇ 'ਚ ਕੱਲ ਮੈਨੂੰ ਪਤਾ ਲੱਗਾ ਕਿ ਲਾਹੌਰ ਦਾ ਨਾਮ ਲਾਹੌਰ ਕਿਵੇਂ ਪਿਆ। ਅੱਛਾ ਜੀ, ਹਾਂਜੀ, ਇੰਟਰਸਟਿੰਗ। ਕਹਿੰਦੇ ਜੀ ਜਦੋਂ ਜਿਹਲਮ ਤੇ ਚਨਾਬ ਦਰਿਆ ਸੀਗੇ ਜਿਹੜੇ, ਉਹਨਾਂ ਦਾ ਈਰਾਨ ਦੇ ਨਾਲ ਵਪਾਰ ਹੁੰਦਾ। ਅੱਛਾ ਜੀ। ਤੇ ਪਾਕਿਸਤਾਨ ਵਾਲੀ ਸਾਈਡ ਥੋੜਾ ਪਾਣੀ ਜਿੱਥੇ ਘੱਟ ਡੂੰਘਾ ਸੀਗਾ ਉੱਥੇ ਪੱਤਣ ਬਣਾਇਆ ਗਿਆ, ਯਾਨੀ ਕਿ ਵਪਾਰ ਜਦੋਂ ਆਉਂਦੇ ਸੀ ਉਹਨੂੰ ਪਾਰ ਕਰਨ ਲਈ, ਵਪਾਰੀਆਂ ਦੇ ਪਾਰ ਕਰਨ ਲਈ। ਤੇ ਉਹ ਪੱਤਣ ਦੇ ਉੱਪਰ ਜਿਹੜਾ ਪਿੰਡ ਸੀਗਾ ਤੇ ਉੱਥੇ ਇੱਕ ਚੁੰਗੀ ਘਰ ਬਣਾਇਆ ਗਿਆ, ਉਹ ਵਪਾਰੀਆਂ ਤੋਂ ਚੁੰਗੀ ਵਸੂਲਦੇ ਸੀ। ਅੱਛਾ ਜੀ। ਈਰਾਨ ਤੋਂ ਵਪਾਰੀ ਆਉਂਦੇ ਤੇ ਉੱਥੇ ਬੰਦੇ ਉਹਨਾਂ ਕੋਲ ਚੁੰਗੀ ਲੈਂਦੇ, ਜੇ ਉਹਨਾਂ ਕੋਲ ਪੈਸੇ ਘੱਟ ਹੁੰਦੇ ਵਪਾਰੀਆਂ ਤੋਂ, ਉਹਨੂੰ ਕਹਿੰਦੇ ਲਾਹੌਰ, ਲਾਹੌਰ ਕੇ ਹੋਰ ਸਮਾਨ ਲਾ, ਕਰਦਿਆਂ ਕਰਾਉਂਦਿਆਂ ਲਾਹੌਰ ਬਣ ਗਿਆ। ਕਿਆ ਬਾਤ ਆ। ਇਹ ਕੱਲ ਹੀ ਮੈਂ ਪੜ੍ਹੀ। ਇਹ ਗੱਲ ਵੱਖਰੀ ਆ। ਬਾਅਦ ਚ ਮਿਸਲਾਂ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਉੱਥੇ ਦਾਖਲਾ ਕਿਵੇਂ ਹੁੰਦਾ ਹੈ ਤੇ ਕਿਵੇਂ ਫਿਰ ਲੁੱਟ ਪੁੱਟ ਤੋਂ ਬਾਅਦ ਲਾਹੌਰ ਮੁੜ ਆਬਾਦ ਹੁੰਦਾ ਆਪਣੀ ਰਾਖ ਦੇ ਵਿੱਚੋਂ, ਫਿਨਿਕਸ ਵਾਂਗ ਲਾਹੌਰ ਦੀ ਰਾਜਧਾਨੀ ਨੇ ਆਪਣਾ ਜਨਮ ਵਾਰ-ਵਾਰ ਮੁੜ ਸਰਜੀਤ ਹੋਇਆ। ਤੇ ਸਾਡੇ ਨਾਲ ਬਹੁਤ ਹੋਰ ਪਿਆਰੇ ਜੁੜੇ ਹੋਏ ਨੇ। 6ਵੇਂ ਪਾਤਸ਼ਾਹ ਦੀ ਛੋਹ ਪ੍ਰਾਪਤ ਪਿੰਡ ਪੁਰਹੀਰਾਂ, ਇੱਥੋਂ ਹੀ ਸਾਡਾ ਇੱਕ ਨੌਜਵਾਨ ਗਿਆ ਹੋਇਆ ਹਰਮਨ ਬਾਰੀਆ, ਉਹ ਵੀ ਜੁੜਿਆ। ਦੇਖੋ ਬਾਹਰ ਤੋਂ ਆਏ ਜਿਹਨਾਂ ਨੇ ਸਰਨੇ ਵੀ ਬਾਰੀਆ ਰੱਖਿਆ ਹੋਇਆ, ਦੇਖ ਲਓ ਜੀ ਕਿਆ ਬਾਤ ਆ। ਸੋ ਪਿੰਦਰ ਧਰੋਆ ਹੁਣੀ ਅਮਰੀਕ ਭਾਈ ਦੇ ਨਾਨਕਿਆਂ ਦੇ ਪਿੰਡਾਂ ਦਾ ਮੁੰਡਾ, ਪਿੱਛੇ ਜਿਹਾ ਦਾੜੀ ਨੂੰ ਕੁੰਡਲ ਕਰਾਈ ਫਿਰਦਾ ਸੀ, ਸੋ ਉਹਨੇ ਵੀ ਸਤਿ ਸ਼੍ਰੀ ਅਕਾਲ ਬੁਲਾਤੀ ਹੈ ਜੀ। ਤੇ ਰਣਜੀਤ ਸਿੰਘ ਸੰਧੂ, ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੰਮ ਦੇ ਵਿੱਚੋਂ ਜਿਹੜਾ ਸਮਾਂ ਕੱਢ ਕੇ ਸਾਡੇ ਤੱਕ ਆਏ। ਤੇ ਜਿਹੜੇ ਤੁਹਾਡੇ ਰੁਜ਼ਗਾਰਦਾਤਾ, ਜਿਹੜੇ ਤੁਹਾਡੇ ਇੰਪਲੋਇਰ ਆ, ਅਸੀਂ ਉਹਨਾਂ ਦਾ ਵੀ ਥੈਂਕ ਯੂ ਕਰਦੇ ਹਾਂ। ਤੁਸੀਂ ਕਿਰਪਾ ਕਰਕੇ ਇਹ ਜ਼ਰੂਰ ਪਾਸ ਔਨ ਕਰ ਦੇਣਾ, ਕਿਉਂਕਿ ਵੀਕਡੇਜ਼ ਦੇ ਵਿੱਚ ਸਮਾਂ ਕੱਢਣਾ ਉਨਾ ਸੌਖਾ ਨਹੀਂ ਹੁੰਦਾ ਜਿੰਨੇ ਸੌਖੇ ਤਰੀਕੇ ਨਾਲ ਤੁਸੀਂ ਅੱਜ ਸਾਡੇ ਦਰਮਿਆਨ ਬੈਠੇ ਹੋ। ਝੱਗਾ ਬਹੁਤ ਸੋਹਣਾ ਪਾ ਕੇ ਆਏ ਤੁਸੀਂ, ਸਾਡੀ ਜਿਹੜੀ ਰੈਡ ਬੈਕਗ੍ਰਾਉਂਡ ਆ ਉਹਦੇ ਨਾਲ ਬਹੁਤ ਸੋਹਣਾ ਜੱਚ ਰਿਹਾ ਹੈ। ਸ਼ੁਕਰੀਆ ਭਾਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੰਮੀ ਮੁਲਾਕਾਤ, ਜਿਹਦਾ ਵਾਅਦਾ ਮੈਂ ਵਾਰ-ਵਾਰ ਤੁਹਾਡੇ ਨਾਲ ਦੁਹਰਾ ਰਿਹਾ, ਉਹ ਰਿਕਾਰਡ ਕਰਾਂਗੇ, ਕਿਉਂਕਿ ਸਾਡੇ ਬਹੁਤ ਸਾਰੇ ਪਿਆਰੇ ਜਿਹੜੇ ਉਹ ਚਾਹੁੰਦੇ ਆ ਵੀ ਲਗਭਗ 1.5 ਘੰਟਾ ਲੰਮੀ ਗੱਲਬਾਤ ਜਿਹੜੀ ਹੈ
ਉਹ ਰਣਜੀਤ ਸੰਧੂ ਦੇ ਨਾਲ ਰਿਕਾਰਡ ਕੀਤੀ ਜਾਵੇ। ਤੇ ਇੱਕ ਚੀਜ਼ ਹੋਰ ਮੈਂ ਮਹਿਸੂਸ ਕੀਤੀ ਸਮੇਂ ਦੇ ਨਾਲ, ਰਣਜੀਤ, ਜਿਹੜੀ ਤੁਹਾਡੀ ਬੋਲੀ ਆ ਉਹ ਟਕਸਾਲੀ ਬੋਲੀ ਬਣ ਗਈ, ਉਹ ਕੇਂਦਰੀ ਪੰਜਾਬੀ ਬੋਲੀ ਬਣ ਗਈ, ਲਿਖਤਾਂ ਦੇ ਵਿੱਚ ਲਿਖੀ ਜਾਣ ਵਾਲੀ ਤੇ ਸੁਣੀ ਜਾਣ ਵਾਲੀ ਬੋਲੀ ਬਣ ਗਈ। ਸਮੇਂ ਦੇ ਨਾਲ ਇਹ ਵੀ ਇੱਕ ਪ੍ਰਭਾਵ ਜਿਹੜਾ ਬੰਦੇ ਦੀ ਸ਼ਖਸੀਅਤ ਉੱਤੇ ਪੈਂਦਾ, ਲੇਕਿਨ ਮੈਂ ਇਹਨੂੰ ਚੰਗਾ ਮੋੜ ਗਿਣਦਾ। ਤੇ ਅਗਲੀ ਜਿਹੜੀ ਜ਼ਿੰਦਗੀ ਆ ਉਹਦੇ ਵਾਸਤੇ ਵੀ ਤੁਹਾਨੂੰ ਦੁਆ ਦਿੰਦਾ, ਅਰਦਾਸ ਕਰਦਾ ਕਿ ਜਿਹੜੇ ਅਗਲੇ ਮਰਹਲੇ ਆਉਣੇ ਤੁਹਾਡੀ ਜ਼ਿੰਦਗੀ ਦੇ ਵਿੱਚ, ਕਿਉਂਕਿ ਪੱਕੇ ਕਾਗਜ਼ਾਂ ਦੀ ਖੈਰ ਪੈ ਗਈ ਆ, ਮੁੰਡੇ ਨੇ ਲੱਡੂ ਹਲੇ ਖਿਲਾਏ ਨਹੀਂ। ਉੱਧਰੋਂ ਹੁਣ ਚੂੜੇ ਵਾਲੀ ਜਿਹੜੀ ਆ ਉਹਦੀ ਵੀ ਤਿਆਰੀ ਜਿਹੜੀ ਆ ਉਹ ਮੈਨੂੰ ਲੱਗਦਾ ਘਰਦਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੋਣੀ ਆ। ਤੇ ਤੁਹਾਨੂੰ ਇਹਨਾਂ ਸਾਰੇ ਆਉਣ ਵਾਲੇ ਸ਼ੁਭ ਸ਼ਗਨਾਂ ਦੇ ਲਈ ਐਡਵਾਂਸ ਦੇ ਵਿੱਚ ਮੁਬਾਰਕਾਂ ਦਿੰਦੇ ਹਾਂ ਤੇ ਤੁਹਾਡੇ ਲਈ ਦੁਆ ਗੋ ਹਾਂ। ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਸ਼ੁਕਰੀਆ ਭਾਈ, ਥੈਂਕ ਯੂ ਜੀ, ਸ਼ੁਕਰੀਆ। ਦੋਸਤੋ, ਰਣਜੀਤ ਸਿੰਘ ਸੰਧੂ ਗੱਲਾਂ ਬਾਤਾਂ ਕਰ ਰਹੇ ਸਨ, ਜਿਹੜੇ ਕਿ ਪਿੰਡ ਬ੍ਰਹਮਪੁਰਾ ਮਾਝੇ ਦਾ ਜਾਣਿਆ ਪਛਾਣਿਆ ਇਤਿਹਾਸਕ ਪਿੰਡ ਹੈ। ਉੱਥੋਂ ਇਹਨਾਂ ਦੀ ਜਿਹੜੀ ਹੈ ਯਾਤਰਾ ਸ਼ੁਰੂ ਹੁੰਦੀ ਹੈ ਤੇ ਯਾਤਰਾ ਨਿਰੰਤਰ ਜਾਰੀ ਹੈ। ਜ਼ਿੰਦਗੀ ਦੇ ਇਸ ਕਾਫਲੇ ਦੇ ਵਿੱਚ ਉਹ ਸਾਡੇ ਨਾਲ ਇੱਥੇ ਇਸ ਖੂਬਸੂਰਤ ਮੁਲਕ ਦੇ ਵਿੱਚ ਆਣ ਜੁੜੇ ਨੇ। ਮੈਂ ਉਮੀਦ ਕਰਦਾ ਕਿ ਯਾਤਰਾ ਜਿਹੜੀ ਹੋਰ ਵੀ ਖੂਬਸੂਰਤ ਹੋਣ ਦੇ ਨਾਲ ਨਾਲ, ਭਾਵੇਂ ਕਿ ਚੁਣੌਤੀਆਂ ਵਾਲੀ ਹੈ, ਲੇਕਿਨ ਉਹਦੇ ਵਿੱਚੋਂ ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਸਾਰਥਕ ਜਿਹੜਾ ਉਹ ਲਗਾਤਾਰਤਾ ਦੇ ਨਾਲ ਲੱਭਦੇ ਰਹਿਣਗੇ। ਸੋ ਸੁਣਨ ਵਾਲੇ ਪਿਆਰਿਆਂ ਨੂੰ, ਦੇਖਣ ਵਾਲੇ ਪਿਆਰਿਆਂ ਨੂੰ ਦਿਲੋਂ ਧੰਨਵਾਦ। Subscribe now and press the bell icon. Never miss an update.